ਲੜੀਵਾਰ ਕਥਾ ਮਹਾਰਾਜ ਜੀ ਦੇ ਪਾਵਨ ਸਰੂਪ ਦੀ ਆਪ ਜੀ ਸਰਵਣ ਕਰ ਰਹੇ ਹੋ। 705 ਅੰਗ ਤੇ ਦਇਆਨਿਧ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਇਹ ਪਾਵਨ ਅੰਮ੍ਰਿਤ ਬਚਨ ਉਚਾਰਨ ਕਰ ਰਹੇ ਨੇ। ਸਰਵਣ ਕਰਨ ਤੋਂ ਪਹਿਲਾਂ ਜਪਿਓ ਜਨ ਅਰਜਨ ਦੇਵ ਗੁਰੂ, ਫਿਰ ਸੰਕਟ ਜੋ ਨ ਗਰਭ ਨਾ ਆਇਓ। ਤਿਨ ਕੇ ਦੁਖ ਕੋਟਕ ਦੂਰ ਗਏ, ਮਥੁਰਾ ਜਨ ਅੰਮ੍ਰਿਤ ਨਾਮ ਪੀਓ। ਜਿਨ੍ਹਾਂ ਗੁਰੂ ਅਰਜਨ ਦੇਵ ਸਾਹਿਬ ਦਾ ਨਾਂ ਜਪਿਆ ਉਹਨਾਂ ਦੇ ਕਰੋੜਾਂ ਦੁੱਖ ਦੂਰ ਹੋ ਗਏ, ਕਰੋੜਾਂ। ਤਿਨ ਕੇ ਦੁਖ ਕੋਟਕ ਦੂਰ ਗਏ, ਮਥੁਰਾ ਜਨ ਅੰਮ੍ਰਿਤ ਨਾਮ ਪੀਓ। ਭੱਟ ਮਥੁਰਾ ਜੀ ਕਹਿੰਦੇ ਜਿਨ੍ਹਾਂ ਗੁਰੂ ਅਰਜਨ ਸਾਹਿਬ ਦੇ ਅੰਮ੍ਰਿਤ ਨਾਮ ਨੂੰ ਪੀਤਾ ਉਹਨਾਂ ਦੇ ਕਰੋੜਾਂ ਦੁੱਖ ਦੂਰ ਹੋ ਗਏ, ਕਰੋੜਾਂ। ਐਸੇ ਸਾਹਿਬ ਦਇਆ ਨਿਧ ਅੰਤਰਯਾਮੀ। ਸਰਵਣ ਕਰੀਏ ਮਹਾਰਾਜ ਜੀ ਦੇ ਚਰਨਾਂ 'ਚ ਹਾਜ਼ਰੀ ਲਵਾਓ। ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ ਜੀ ਜਾਤ ਸਰੇ ਛੰਤ ਮਹੱਲਾ ਪੰਜਵਾ। ਪਾਧਾਣੂ ਸੰਸਾਰ ਗਰਭ ਅਟਿਆ। ਜਗਤ ਦੇ ਜੀਵ, ਸੰਸਾਰੀ ਜੀਵ ਇਹ ਨਹੀਂ ਜਾਣਦੇ ਵੀ ਇਹ ਸੰਸਾਰ ਇੱਕ ਚੱਲਦਾ ਸਫ਼ਰ ਹੈ, ਵੀ ਇਹਦੇ ਤੋਂ ਅਸੀਂ ਚਲੇ ਜਾਣਾ। ਰਸਤੇ 'ਚ ਖਲੋਤੇ ਹਾਂ ਅਸੀਂ, ਰਾਹ 'ਚ। ਰਸਤੇ 'ਚ ਖਲੋਤੇ ਨੂੰ ਤਾਂ ਜਾਣਾ ਹੀ ਪਏਗਾ ਨਾ, ਕਿੰਨਾ ਕੁ ਚਿਰ ਰਾਹ 'ਚ ਖੜਾ ਰਹੇਗਾ। ਪਰ ਇਹ ਹੰਕਾਰ ਦੇ ਵਿੱਚ ਅਟਿਆ ਫਿਰਦਾ, ਇਹਨੂੰ ਆਪਣਾ ਚੱਲਣਾ ਭੁੱਲਿਆ ਹੋਇਆ। ਗਾਰ ਵੱਟਿਆ ਹੰਕਾਰ ਦੇ ਵਿੱਚ, ਹੈਂਕੜ ਦੇ ਵਿੱਚ ਇਹਨੂੰ ਆਪਣਾ ਚੱਲਣਾ ਭੁੱਲ ਗਿਆ। ਭੁੱਲ ਗਿਆ ਕਿ ਮੈਂ ਇਸ ਦੁਨੀਆ ਦੇ ਸੁਹਾਵਣੇ ਬਾਗ ਨੂੰ ਇੱਕ ਦਿਨ ਛੱਡ ਚਲਿਆ ਜਾਣਾ। ਰਹਿਣ ਨਾ ਪਾਵਹਿ ਸੁਰ ਨਰ ਦੇਵਾ, ਊਠ ਸਿਧਾਰੇ ਕਰ ਮੁਨ ਜਨ ਸੇਵਾ। ਇੱਥੇ ਕਿਹੜਾ ਕੋਈ ਸਦਾ ਵਾਸਤੇ ਰਿਹਾ। ਇਹ ਬਚਨ ਅਸੀਂ ਤਾਂ ਕਹਿੰਦੇ ਸੁਣਦੇ ਹਾਂ ਗੁਰਬਾਣੀ ਵਿੱਚੋਂ, ਤਾਂ ਜੋ ਸਾਡੇ ਹਿਰਦੇ ਵਿੱਚ ਉਹ ਪ੍ਰਾਮਤਾ ਤੇ ਵਿਰਾਗ ਦੀ ਚਾਹਨਾ ਬਣੀ ਰਹੇ। ਤਿੰਨ ਚੀਜ਼ਾਂ ਹੁੰਦੀਆਂ ਮਹਾਰਾਜ ਜੀ ਨੇ ਸਿੱਖ ਨੂੰ ਬਖਸ਼ੀਆਂ, ਤਿੰਨੇ ਹੀ। ਉਹਨੇ ਹਿਰਦੇ ਵਿੱਚ ਗਿਆਨ, ਮੁਖ ਵਿੱਚ ਭਗਤੀ ਤੇ ਵਰਤਣ ਵਿੱਚ ਵਿਰਾਗ। ਇਹ ਤਿੰਨ ਚੀਜ਼ਾਂ ਹੋਣੀਆਂ ਚਾਹੀਦੀਆਂ। ਹਿਰਦੇ ਵਿੱਚ ਗਿਆਨ, ਮੁਖ ਵਿੱਚ ਭਗਤੀ ਤੇ ਵਰਤਣ ਵਿੱਚ ਵਿਰਾਗ। ਹਿਰਦੇ 'ਚ ਗਿਆਨ ਕੀ ਹੋਵੇ, ਮੈਂ ਰੱਬ ਦੀ ਅੰਸ਼ ਹਾਂ, ਮੇਰੇ ਵਿੱਚ ਤੇ ਰੱਬ 'ਚ ਕੋਈ ਫਰਕ ਨਹੀਂ। ਤੋਈ ਮੋਈ ਮੋਈ ਤੋਈ ਅੰਤਰ ਕੈਸਾ। ਇਹਦਾ ਗਿਆਨ ਹੋਵੇ ਹਿਰਦੇ 'ਚ। ਪਰ ਜ਼ੁਬਾਨ ਤੋਂ ਨਹੀਂ ਕਹਿਣਾ ਮੈਂ ਰੱਬ ਹਾਂ। ਹਿਰਦੇ 'ਚ ਇਹੀ ਗਿਆਨ ਹੋਵੇ ਮੈਂ ਰੱਬ ਹੀ ਹਾਂ, ਪਰਮਾਤਮਾ ਦੀ ਅੰਸ਼ ਹਾਂ। ਪਰ ਜ਼ੁਬਾਨ ਤੋਂ ਨਹੀਂ ਆਖਣਾ ਵੀ ਮੈਂ ਹੀ ਰੱਬ ਹਾਂ। ਜ਼ੁਬਾਨ ਤੋਂ ਕੀ ਕਹੇ ਭਗਤੀ, ਮੈਂ ਉਹਦਾ ਦਾਸ ਹਾਂ, ਉਹ ਮੇਰਾ ਸੁਆਮੀ ਹੈ, ਮੈਂ ਉਹਦਾ ਨੌਕਰ ਹਾਂ, ਮੈਂ ਉਹਦੀ ਧਰਮ ਸੁਪਤਨੀ ਹਾਂ ਤੇ ਉਹ ਮੇਰਾ ਪਤੀ ਹੈ, ਮੈਂ ਉਹਦਾ ਪੁੱਤਰ ਹਾਂ, ਉਹ ਮੇਰਾ ਪਿਤਾ ਹੈ, ਉਹ ਮਾਤਾ ਆ ਮੇਰੀ, ਮੈਂ ਉਹਦਾ ਪੁੱਤ ਹਾਂ। ਇਹ ਮੁੱਖ ਵਿੱਚ ਇਹ ਭਗਤੀ ਹੋਵੇ। ਵਰਤਣ ਵਿੱਚ ਵਿਰਾਗ। ਜਦੋਂ ਸੰਸਾਰ ਵਿੱਚ ਵਿਚਰਨਾ ਉਦੋਂ ਪਕੜ ਨਾ ਹੋਵੇ। ਹਾਂ, ਸੰਸਾਰ ਵਿੱਚ ਰਹਿਣਾ, ਸੰਸਾਰੀ ਚੀਜ਼ਾਂ ਤਾਂ ਵਰਤਣੀਆਂ ਪੈਣੀਆਂ, ਪਰ ਪਕੜ ਨਾ ਹੋਵੇ ਕਿਸੇ ਵਸਤ ਨਾਲ ਵੀ ਹਾਂ ਵੀ ਇਹਦੇ ਬਿਨਾਂ ਮੈਂ ਮਰ ਹੀ ਜਾਣਾ, ਹੋਣਾ ਹੀ ਨਹੀਂ ਮੇਰਾ ਗੁਜ਼ਾਰਾ।
ਬਹੁਤ ਕੁਝ ਐਸਾ ਜਦੋਂ ਸਾਡੇ ਕੋਲ ਹੁੰਦਾ ਕਹਿੰਦੇ ਬਸ ਇਹਦੇ ਬਿਨਾਂ ਨਹੀਂ ਸਾਡਾ ਗੁਜ਼ਾਰਾ, ਪਰ ਜਦੋਂ ਉਹ ਸਾਡੇ ਕੋਲੋਂ ਚਲਾ ਜੇ ਜਿਉਨੇ ਤੇ ਫਿਰ ਵੀ ਆ ਨਾ। ਉਹ ਪਕੜੀ ਬਣਾਈ ਹੁੰਦੀ ਹੈ, ਉੱਥੇ ਹੋਣਾ ਚਾਹੀਦਾ ਵੈਰਾਗ। ਉਹ ਵੈਰਾਗ ਬਾਣਾਵੇ, ਉਹਦੇ ਲਈ ਗੁਰਦੇਵ ਨੇ ਵੈਰਾਗਮਈ ਬਾਣੀ ਉਚਾਰਨ ਕੀਤੀ, ਵੈਰਾਗ ਜੰਨਿਆ। ਭੁੱਲ ਗਿਆ ਮਨੁੱਖ ਕਿ ਮੈਂ ਇਸ ਸੰਸਾਰ ਤੋਂ ਚਲਿਆ ਜਾਣਾ, ਤੇ ਹੰਕਾਰ ਦੇ ਵਿੱਚ ਹੀ ਮਹਾਰਾਜ ਜੀ ਕਹਿੰਦੇ ਅਟਿਆ ਫਿਰਦਾ। ਕਰਤੇ ਪਾਪ ਅਨੇਕ ਮਾਇਆ ਰੰਗ ਰਟਿਆ। ਮਾਇਆ ਦੇ ਰੰਗ ਵਿੱਚ ਰਤਿਆ ਹੋਇਆ ਇਹ ਮਨੁੱਖ ਕਈ ਤਰ੍ਹਾਂ ਦੇ ਪਾਪ ਕਰਦਾ, ਕਈ ਤਰ੍ਹਾਂ ਦੇ। ਭੁੱਲ ਗਿਆ ਵੀ ਮੈਂ ਚਲਿਆ ਜਾਣਾ, ਕਈ ਤਰ੍ਹਾਂ ਦੇ ਪਾਪ ਕਰਦਾ, ਕਈ ਤਰ੍ਹਾਂ ਦੇ, ਇੱਕ ਤਰ੍ਹਾਂ ਦੇ ਨਹੀਂ। ਕਿਉਂਕਿ ਮਾਇਆ ਦੀ ਰੰਗਣ ਵਿੱਚ ਰੰਗਿਆ ਹੋਇਆ, ਤੇ ਮਾਇਆ ਦੇ ਰੰਗ ਵਿੱਚ ਰੰਗੇ ਹੋਣ ਕਰਕੇ ਇਹਨੂੰ ਭੁੱਲ ਹੀ ਗਿਆ ਮੇਰਾ ਮੂਲ ਕੀ ਹੈ, ਔਰ ਪਾਪ ਕਰਦਾ। ਜਿਨ੍ਹਾਂ ਵਾਸਤੇ ਕਰਦਾ ਉਹੀ ਮੁੜ ਕੇ ਇਹਦੇ ਲਈ ਦੁੱਖ ਦਾ ਕਾਰਨ ਬਣ ਜਾਂਦੇ। ਪਾਪ ਕਮਾਉਂਦਿਆਂ ਕੋਈ ਨਾ ਬੇਲੀ, ਸੱਜਣਾ ਭੈੜੇ ਤੇ ਮਾੜੇ ਪਾਪ ਕਰਮ ਕਰਦਿਆਂ ਤੇਰਾ ਕਿਸੇ ਨਹੀਂ ਬੇਲੀ ਬਣਨਾ। ਜਿਹੜਾ ਬੀਜੇਗਾ ਉਹੀ ਕੱਟੇਗਾ, ਇਹੀ ਕਲਯੁਗ ਦਾ ਵਿਧਾਨ ਹੈ। ਇਸੇ ਕਰਕੇ ਤਾਂ ਚੌਹਾਂ ਯੁੱਗਾਂ ਵਿੱਚੋਂ ਸ੍ਰੇਸ਼ਟ ਯੁੱਗ ਕਿਹਾ ਵੀ ਨਵੇੜੇ ਦਾ ਯੁੱਗ ਹੈ। ਜਿਹੜਾ ਕਰੇ ਉਹੀ ਭਰੇ। ਇਸ ਕਰਕੇ ਜੀਵ ਮਾਇਆ ਦੇ ਰੰਗ ਵਿੱਚ ਰਤਿਆ ਹੋਇਆ ਇੱਕ ਨਹੀਂ ਅਨੇਕਾਂ ਪ੍ਰਕਾਰ ਦੇ ਪਾਪ ਕਰਦਾ। ਹਾਂਜੀ, ਲੋਭ ਮੋਹ ਅਭਮਾਨ ਬੂਢੇ ਮਰਨ ਚੇਤਨ ਆਵੇ। ਲੋਭ ਵਿੱਚ, ਮੋਹ ਵਿੱਚ ਤੇ ਹੰਕਾਰ ਵਿੱਚ ਡੁੱਬ ਮਰਦੇ ਨੇ। ਡੁੱਬੇ ਹੋਏ ਲੋਭ ਵਿੱਚ ਵੀ, ਮੋਹ ਵਿੱਚ ਵੀ, ਹੰਕਾਰ ਵਿੱਚ ਵੀ, ਅਭਿਮਾਨ 'ਚ ਡੁੱਬੇ ਹੋਏ ਮਨੁੱਖਾਂ ਨੂੰ ਮਰਨਾ ਚੇਤੇ ਨਹੀਂ ਆਉਂਦਾ। ਮਰਨ ਚੀਤ ਨਾ ਆਵੇ, ਮਰਨਾ ਚੇਤੇ ਨਹੀਂ ਆਉਂਦਾ। ਪਹਿਲੀ ਵਾਰ ਭੇਡ ਮੁੰਨਣੀ ਸੀ ਆਜੜੀ ਨੇ, ਬੜੀ ਦੁਖੀ ਹੋਈ, ਬੜੀ ਪਰੇਸ਼ਾਨ ਹੋਈ। ਬਸ ਮੈਂ ਗਈ, ਇਹ ਤਾਂ ਹੱਥ 'ਚ ਛੁਰੀ ਫੜੀ ਫਿਰਦਾ, ਵੱਢ ਦੇਗਾ ਮੈਨੂੰ, ਮਾਰ ਦੇਗਾ ਮੈਨੂੰ। ਉਹਨੇ ਉੱਨ ਜੀ ਮੁੰਨ ਕੇ ਤੇ ਛੱਡ ਦਿੱਤੀ। ਬੜੀ ਖੁਸ਼ ਹੋਈ ਵੀ ਤਾਂ ਮਾਰਿਆ ਨਹੀਂ। ਸਾਲ ਕੁ ਬਾਅਦ ਫਿਰ ਫੜ ਲਿਆ, ਫਿਰ ਥੋੜਾ ਜਿਹਾ ਪਰੇਸ਼ਾਨ ਜੀ ਹੋਈ ਵੀ ਬਸ ਹੁਣ ਨਹੀਂ ਛੱਡਦਾ, ਪਿਛਲੇ ਸਾਲ ਤਾਂ ਛੱਡ ਦਿੱਤਾ ਸੀ। ਉਹਨੇ ਮੁੰਨੀ ਫਿਰ ਛੱਡ ਦਿੱਤੀ। ਤੀਜੇ ਸਾਲ ਬੇਫਿਕਰ ਹੋ ਗਈ। 5-4 ਸਾਲ 10 ਸਾਲ ਜਿੰਨਾ ਚਿਰ ਹੁੰਦੀ ਉਹਦੀ ਆਈ, ਉਹਨੇ ਲਾ ਲਈ। ਉਹਨੇ ਆਖਿਆ ਇਹਨੇ ਮਾਰਨਾ ਮੁਰਨਾ, ਮਰਨਾ ਥੋੜੀ ਆ, ਮੈਂ ਤਾਂ ਉਹਨੀ ਲਾਉਂਦਾ, ਉੱਤੋਂ ਲਾ ਲਵੇ। ਇੱਕ ਦਿਨ ਆਜੜੀ ਨੂੰ ਲੋੜ ਪੈ ਗਈ ਮਾਸ ਦੀ। ਇਹ ਬੇਫਿਕਰ ਜੀ ਹੋਈ ਫਿਰੇ ਵੀ ਮੈਨੂੰ ਕਿਹੜਾ ਵੱਢਣਾ। ਉਹਦੇ ਹੱਥ 'ਚ ਛੁਰੀ, ਉਹਨੇ ਲਾਹ ਕੇ ਧੌਣ ਪਰੇ ਸੁੱਟੀ। ਮਨੁੱਖ ਨੂੰ ਵੀ ਕਈ ਵਾਰ ਪਰਮੇਸ਼ਰ ਨਾ ਕਈ ਰੰਗ ਵਿਖਾਉਂਦਾ ਹੈ। ਇਹ ਪਹਿਲਾਂ ਵੇਖ ਕੇ ਕਹਿੰਦਾ ਬਸ ਹੁਣ ਤਾਂ ਗਏ ਬਈ, ਗਏ। ਮੁੜ ਕੇ ਫਿਰ ਬੇਫਿਕਰਾ ਜਿਹਾ ਹੋ ਜਾਂਦਾ। ਜਦੋਂ ਕੋਈ ਰੰਗ ਵੇਖਦਾ ਰੱਬਾ ਇਸ ਵਾਰ ਬਚਾ ਲੈ, ਮੁੜ ਕੇ ਨਹੀਂ ਮੈਂ ਮਾੜਾ ਕੰਮ ਕਰਦਾ। ਕੀ ਭਲਾ ਉਹ ਬੰਦਾ ਮੁੜ ਕੇ ਨਹੀਂ ਕਰਦਾ ਮਾੜਾ ਕੰਮ? ਉਦੋਂ ਟਾਈਮ ਨਿਕਲ ਗਿਆ, ਮੁੜ ਕੇ ਫੇਰ ਉੱਥੇ ਹੀ। ਜਿਵੇਂ ਕਹਿੰਦੇ ਨਾ ਪਤਨਾਲਾ ਉੱਥੇ ਦਾ ਉੱਥੇ ਹੀ ਹੁੰਦਾ। ਇਹੀ ਮਨੁੱਖ ਦੀ ਦਸ਼ਾ ਹੈ। ਇਹਨੂੰ ਮਰਨਾ ਭੁੱਲ ਜਾਂਦਾ ਆਪਣਾ। ਪਰ ਜਦੋਂ ਰੱਬ ਨੇ ਵੇਖਿਆ ਨਾ ਵੀ ਹੋ ਗਏ ਨੇ ਸਵਾਸ ਪੂਰੇ, ਉਹਨੇ ਵੀ ਫਿਰ ਇਹ ਨਹੀਂ ਵੇਖਣਾ ਵੀ ਹੁਣ ਕੋਈ ਮਾੜੀ ਮੋਟੀ ਪਰੇਸ਼ਾਨੀ ਹੋ, ਝਟਕਾ ਹੀ ਹੁੰਦਾ ਫਿਰ। ਪਰ ਮਨੁੱਖ ਨੂੰ ਆਪਣਾ ਮਰਨਾ ਮਹਾਰਾਜ ਜੀ ਕਹਿੰਦੇ ਭੁੱਲਿਆ ਹੋਇਆ। ਪੁੱਤਰ ਮਿੱਤਰ ਵਿਵਹਾਰ ਬਨਤਾ
ਇਹ ਕਰਤ ਵਿਹਾਵੇ। ਪੁੱਤਰ, ਮਿੱਤਰਾਂ, ਘਰ ਵਾਲੀ, ਇਹਨਾਂ ਸੰਬੰਧੀਆਂ ਵਾਸਤੇ ਵਿਵਹਾਰ ਕਰਦਿਆਂ ਸਾਰੀ ਜ਼ਿੰਦਗੀ ਬਤੀਤ ਕਰ ਦਿੱਤੀ। ਉਹਨਾਂ ਵਾਸਤੇ ਮਨੁੱਖ ਆਪਣੇ ਵਾਸਤੇ ਤੇ ਜੀਵਿਆ ਹੀ ਨਹੀਂ। ਅਸੀਂ ਆਪਣੇ ਲਈ ਤਾਂ ਨਹੀਂ ਜੀਵਦੇ ਕਿ ਮੈਂ ਆਪਣੇ ਜੀਵਨ ਦਾ ਰਸ ਆਪ ਵੀ ਲਵਾਂ। ਸਾਡਾ ਜੀਵਨ ਤਾਂ ਦੂਸਰਿਆਂ ਲਈ ਹੈ। ਮੈਂ ਤਾਂ ਕਦੋਂ ਦਾ ਮਰ ਜਾਂਦਾ ਪੁੱਤਰਾ ਜੇ ਤੂੰ ਨਾ ਹੁੰਦਾ, ਤੇਰੇ ਆਸਰੇ ਜਿਉਣਾ ਮੈਂ। ਯਾਨੀ ਕਿ ਇਹਦੀ ਜ਼ਿੰਦਗੀ ਦੂਜਿਆਂ ਲਈ ਹੈ। ਤੇ ਫਿਰ ਜੇ ਦੂਜਿਆਂ ਲਈ ਹੋਵੇ ਤੇ ਫਿਰ ਸਾਰੇ ਸੰਸਾਰ ਲਈ ਸਾਂਝੀ ਕਰ ਦਿਓ, ਜਾਂ ਤਾਂ ਫਿਰ ਉਹਨਾਂ ਵਾਸਤੇ ਕਿਉਂ ਵੀ ਜਿਹੜੇ ਮੇਰੇ ਪੁੱਤਰ ਧੀਆਂ ਨੇ ਬਸ ਉਹਨਾਂ ਲਈ। ਜਾਂ ਤਾਂ ਐਡਾ ਪਰਉਪਕਾਰੀ ਆ ਤੇ ਫਿਰ ਸਾਰਿਆਂ ਲਈ ਜੀਵਨ ਸਮਰਪਣ ਕਰ ਦੇ, ਉਹ ਵੀ ਨਹੀਂ ਹੈ। ਭਗਤ ਪੂਰਨ ਸਿੰਘ ਜੀ ਨੇ ਕੀਤਾ ਹੀ ਹੈ ਨਾ ਸਮਰਪਣ। ਪੁੱਤਰਾਂ ਵਾਸਤੇ, ਮਿੱਤਰਾਂ ਵਾਸਤੇ, ਘਰਵਾਲੀ ਵਾਸਤੇ ਵਿਵਹਾਰ ਕਰਦਿਆਂ ਕਰਦਿਆਂ ਇਹਨੇ ਆਪਣੀ ਸਾਰੀ ਜ਼ਿੰਦਗੀ ਬਤੀਤ ਕਰ ਦਿੱਤੀ। ਆਪਣੇ ਲਈ ਕੁਝ ਨਹੀਂ ਕੀਤਾ, ਆਪਣੇ ਲਈ ਕੋਈ ਭਜਨ ਨਹੀਂ ਕੀਤਾ, ਆਪਣੇ ਲਈ ਕੋਈ ਸਿਮਰਨ ਨਹੀਂ ਕੀਤਾ। ਹਾਂਜੀ, ਪੁਜ ਦਿਵਸ ਆਏ ਲਿਖੇ ਮਾਏ, ਦੁਖ ਧਰਮ ਦੂਤ ਹੈ ਡਿਠਿਆ। ਹੇ ਮਾਏ, ਹੇ ਭਾਈ, ਜਦੋਂ ਦਿਨ ਪੁੱਜ ਗਏ, ਆਖਰਕਾਰ ਜ਼ਿੰਦਗੀ ਪੂਰੀ ਹੋਣੀ ਸੀ ਨਾ, ਪੁੱਜ ਗਏ ਜਦੋਂ ਦਿਨ ਪੂਰੇ ਹੋ ਗਏ ਤੇ ਫਿਰ ਕੀ ਹੋਇਆ? ਫਿਰ ਦੁੱਖ ਧਰਮ ਦੂਤ ਹੈ ਡਿਠਿਆ। ਧਰਮ ਰਾਜੇ ਦੇ ਦੂਤਾਂ ਨੂੰ ਵੇਖ ਕੇ ਫਿਰ ਦੁਖੀ ਹੋਇਆ ਵੀ ਆਹਾ, ਹੁਣ ਤਾਂ ਫਿਰ ਦੁਖੀ ਹੋਣਾ ਪਿਆ ਨਾ। ਆਪਣੇ ਵਾਹਨ ਤੇ ਕਿਤੇ ਜਾ ਰਹੇ ਹੋਈਏ ਤੇ ਅੱਗੇ ਨਾਕਾ ਲੱਗਾ ਹੋਵੇ ਪੁਲਿਸ ਵਾਲਿਆਂ ਦਾ, ਕੋਈ ਕਾਗਜ਼ ਨਹੀਂ ਹੈ, ਪਰੇਸ਼ਾਨੀ ਹੋ ਜਾਂਦੀ। ਪਰ ਕਈ ਵਾਰੀ ਸਾਰੇ ਕਾਗਜ਼ ਹੋਣ ਤਾਂ ਵੀ ਪਰੇਸ਼ਾਨੀ ਹੋ ਜਾਂਦੀ ਹੈ। ਵੇਖ ਕੇ ਦੁੱਖ ਹੁੰਦਾ ਨਾ। ਹੁਣ ਗਿਆ ਸਮਾਂ ਬਰਬਾਦ, ਜੇ ਕਾਗਜ਼ ਨਹੀਂ ਕੋਈ ਤਾਂ। ਧਰਮ ਰਾਜੇ ਦੇ ਜਿਹੜੇ ਦੂਤ ਹੈ ਨਾ, ਉਹਨਾਂ ਨੂੰ ਵੇਖ ਕੇ ਕਦੇ ਕੋਈ ਖੁਸ਼ ਨਹੀਂ ਹੁੰਦਾ, ਕਿਉਂਕਿ ਉਹਨਾਂ ਨੇ ਲੇਖਾ ਮੰਗਣਾ, ਹਿਸਾਬ ਮੰਗਣਾ। ਬਾਣੀਆਂ ਬਣ ਕੇ ਮੰਗਦੇ ਆ ਹਿਸਾਬ। ਬਾਣੀਏ ਦੇ ਹਿਸਾਬ 'ਚ ਮਜਾਲ ਹੈ ਜੇ ਕਿਤੇ ਇੱਕ ਪੈਸੇ ਦਾ ਵੀ ਇੱਧਰ ਉੱਧਰ ਹੋ ਜੇ, ਅੱਧੇ ਪੈਸੇ ਦਾ ਵੀ ਹਿਸਾਬ ਕਿਤਾਬ ਗੜਬੜਾ ਜਾਏ, ਉਹ ਅੱਧੇ ਪੈਸੇ ਦਾ ਵੀ ਹਿਸਾਬ ਕਿਤਾਬ ਨਹੀਂ ਗੜਬੜਾਣ ਦਿੰਦੇ। ਸ਼ਾਇਦ ਕੋਈ ਸੀਏ ਵੀ ਇੱਕ ਦੁਕਾਨ ਤੇ ਬੈਠੇ ਬਣੀਏ ਦੇ ਬਰਾਬਰ ਹਿਸਾਬ ਕਿਤਾਬ ਨਹੀਂ ਕਰ ਸਕਦਾ। ਸੀਏ ਜਿਹੜਾ ਪੂਰਾ ਅਕਾਊਂਟ ਦੇ ਵਿੱਚ ਜਿਹਨੇ ਬੜੀ ਵੱਡੀ ਡਿਗਰੀ ਪ੍ਰਾਪਤ ਕੀਤੀ ਹੋਈ ਹੈ, ਤੇ ਜਿਹੜੇ ਧਰਮ ਰਾਜੇ ਦੇ ਦੂਤ ਨੇ ਉੱਥੇ ਤਾਂ ਇਹ ਬਣ ਵੀ ਲੈਣ 'ਚ ਖਲੋਤੇ ਹੁੰਦੇ ਆਪਣੇ ਹਿਸਾਬ ਕਿਤਾਬ ਨੂੰ। ਤੁਸੀਂ ਜਿੰਨਾ ਕਰ ਲੈਂਦੇ, ਤੁਹਾਡੇ ਵੀ ਅਸੀਂ ਉਸਤਾਦ ਹਾਂ, ਰੱਖੋ ਇੱਕ ਇੱਕ ਸਕਿੰਟ ਦਾ ਹਿਸਾਬ ਇੱਥੇ। ਉਹਨਾਂ ਨੂੰ ਵੇਖ ਕੇ ਫਿਰ ਸੁੱਖ ਨਹੀਂ, ਉਹ ਤਾਂ ਉਹਨਾਂ ਦਾ ਵੇਖਣਾ ਹੀ ਹਿਰਦੇ 'ਚ ਸੂਲ ਪੈਦਾ ਕਰਦਾ। ਯਾਨੀ ਕਿ ਬੜਾ ਡਰਾਉਣਾ ਹੈ ਉਹਨਾਂ ਦਾ ਵੇਖਣਾ। ਉਹਨਾਂ ਦਾ ਵੇਖਣਾ ਜਿਹੜਾ ਉਹ ਬੜਾ ਡਰਾਉਣਾ ਭੈਦਾਇਕ ਹੁੰਦਾ ਹੈ। ਮਹਾਰਾਜ ਜੀ ਕਹਿੰਦੇ ਫਿਰ ਉਹ ਵੇਖਣੇ ਪੈਂਦੇ ਇਹੋ ਜਿਹਾ ਲੋਕਾਂ ਨੂੰ। ਕਿਰਤ ਕਰਮ ਨਾ ਮਿਟੈ ਨਾਨਕ, ਹਰ ਨਾਮ ਧਨ ਨਹੀਂ ਖਟਿਆ। ਕਿਰਤ ਕਰਮ ਨਾ ਮਿਟੈ ਨਾਨਕ, ਮਹਾਰਾਜ ਜੀ ਕਹਿੰਦੇ ਜਿਹੜੇ ਕਰਮ ਕੀਤੇ ਨੇ ਉਹ ਮਿਟਦੇ ਨਹੀਂ, ਉਹ ਉੱਥੇ ਐਨ ਸਾਫ਼ ਹੁੰਦੇ ਆ, ਉਗੜੇ ਹੁੰਦੇ ਆ। CCTV ਕੈਮਰੇ ਦੀਆਂ ਸਾਰੀਆਂ ਜਿੰਨੀਆਂ ਵੀਡੀਓ ਨੇ ਵਿਖਾ ਦਿੰਦੇ, ਆਹ ਵੇਖ, ਪੂਰੀ ਰੀਲ ਚਲਾਉਂਦੇ ਆ। ਉਹ ਜਿਹੜੇ ਕੀਤੇ ਕਰਮ ਨੇ ਉਹ ਨਹੀਂ ਮਿਟਦੇ। ਜੇ ਭਜਨ ਕੀਤਾ ਹੋਵੇ ਫਿਰ ਤਾਂ ਜਾਂਦੇ ਆ ਮਿਟ, ਸੰਚਿਤ ਕਰਮ ਜਿਹੜੇ ਕਿਰਿਆਮਾਨ ਕਰਮ ਉਹ ਵੀ, ਪਰ ਜੇ ਨਹੀਂ ਫਿਰ ਨਹੀਂ ਮਿਟਦੇ। ਜੇ ਬੀਜ ਭੁੰਨਿਆ ਜਾਏ ਨਾ ਫਿਰ ਨਹੀਂ ਉੱਗਦਾ, ਪਰ ਜੇ ਨਾ ਭੁੰਨਿਆ ਹੋਵੇ ਫਿਰ ਤਾਂ ਉਹਨੇ ਉੱਗ ਹੀ ਜਾਣਾ। ਜੇ ਭਜਨ ਕੀਤਾ ਹੋਵੇ, ਸਾਡੇ ਕੀਤੇ ਕਰਮ ਜਿਹੜੇ ਨੇ ਉਹ ਭੁੰਨ ਜਾਂਦੇ, ਭੁੱਜ ਜਾਂਦੇ ਆ, ਉਹ ਫਿਰ ਫਲ ਨਹੀਂ ਦੇ ਸਕਦੇ।
ਪਰ ਜੇ ਨਹੀਂ ਕੀਤਾ ਭਜਨ ਫਿਰ ਤਾਂ ਫਲ ਦੇਣਾ ਹੀ ਆ ਉਹਨਾਂ ਨੇ। ਤੋ ਕੀਤੇ ਕਰਮ ਨਹੀਂ ਮਿਟਦੇ, ਮਹਾਰਾਜ ਪੰਜਵੇਂ ਪਾਤਸ਼ਾਹ ਕਹਿੰਦੇ। ਇਸ ਕਰਕੇ ਹਰ ਨਾਮ ਧਨ ਨਹੀਂ ਖੱਟਿਆ। ਭਾਈ ਹਰੀ ਪਰਮੇਸ਼ਰ ਦਾ ਜਿਹੜਾ ਨਾਮ ਧਨ ਸੀ ਉਹ ਨਹੀਂ ਤੂੰ ਖੱਟਿਆ, ਉਹਦੀ ਕਮਾਈ ਨਹੀਂ ਕੀਤੀ। ਉਦਮ ਕਰ ਹੈ ਅਨੇਕ, ਹਰ ਨਾਮ ਨ ਗਾਵਹਿ। ਹੋਰ ਕੰਮਾਂ ਲਈ ਤਾਂ ਬੜੇ ਉਦਮ ਕੀਤੇ। ਸਵੇਰੇ ਉੱਠ ਕੇ ਗੱਡੀ ਫੜਨੀ ਹੋਵੇ, ਫਲੈਟ ਫੜਨੀ ਹੋਵੇ, ਟ੍ਰੇਨ ਫੜਨੀ ਹੋਵੇ, ਬੱਸ ਫੜਨੀ ਹੋਵੇ, ਬੜਾ ਉਦਮ ਕਰਦਾ। ਤੇ ਜੇ ਰੱਬ ਰੱਬ ਕਰਨਾ ਹੋਵੇ ਫੇਰ ਕਿੱਥੇ ਜਾਂਦਾ ਉਦਮ। ਕਹਿੰਦੇ ਉਦਾਂ ਬੜੇ ਉਦਮ ਕਰਦਾ ਅਨੇਕ ਹੀ, ਪਰ ਹਰੀ ਪਰਮੇਸ਼ਰ ਦੇ ਨਾਮ ਨੂੰ ਗਾਉਣ ਦਾ ਕਦੇ ਉਦਮ ਨਹੀਂ ਕੀਤਾ ਬੰਦੇ ਨੇ, ਮਨਮੁਖ ਬੰਦੇ ਨੇ। ਮਾੜਾ ਕੰਮ ਕਰਨਾ ਹੋਵੇ ਬੜਾ ਉਦਮ ਕਰ ਲੈਂਦਾ, ਪਰ ਸਾਹਿਬ ਦਾ ਭਜਨ ਕਰਨਾ ਹੋਵੇ ਉਦੋਂ ਆਲਸ ਛਾ ਜਾਂਦਾ, ਉਦੋਂ ਦਲਿੱਦਰ ਘੇਰ ਲੈਂਦਾ। ਤੋ ਹਰੀ ਪਰਮੇਸ਼ਰ ਦੇ ਭਜਨ ਵਾਸਤੇ, ਅਕਾਲ ਪੁਰਖ ਦੇ ਨਾਮ ਨੂੰ ਗਾਉਣ ਵਾਸਤੇ ਇਹਨੇ ਉਦਮ ਨਹੀਂ ਕੀਤਾ, ਉਦਾਂ ਬੜੇ ਉਦਮ ਕੀਤੇ। ਬੜੇ ਬੜੇ ਕੰਮਾਂ ਲਈ ਉਦਮਸ਼ਾਲੀ ਹੋ ਕੇ ਉਦਮ ਕਰਦਾ ਹੈ। ਭਰਮ ਹੈ ਜੋਨ ਅਸੰਖ, ਮਰ ਜਨਮ ਹੈ ਆਵਹਿ। ਇਹੋ ਜਿਹੇ ਲੋਕ ਨੇ ਉਹ ਕਈ ਜਨਮਾਂ ਵਿੱਚ ਭਰਮਦੇ ਨੇ, ਕਈ ਜੂਨੀਆਂ ਵਿੱਚ ਭਰਮਦੇ ਨੇ, ਮਰ ਮਰ ਕੇ ਜੰਮਦੇ ਨੇ, ਫਿਰ ਆਉਂਦੇ ਨੇ, ਫਿਰ ਮਰਦੇ ਨੇ, ਫਿਰ ਆਉਂਦੇ ਨੇ। ਏਦਾਂ ਜੰਮਦੇ ਮਰਦੇ ਰਹਿੰਦੇ ਆ ਏਦਾਂ ਦੇ ਜਿਹੜੇ ਜੀਵ ਹਨ। ਪਸ਼ੂ ਪੰਖੇ ਸੈਲ ਤਰਵਰ, ਗਣਤ ਕਛੂ ਨ ਆਵੇ। ਪੁੱਛਿਆ ਮਹਾਰਾਜ ਕੀ ਬਣਦੇ ਆ ਇਹੋ ਜਿਹੇ ਜੀਵ? ਮਹਾਰਾਜ ਜੀ ਕਹਿੰਦੇ ਪਸ਼ੂ ਬਣ ਕੇ ਜੰਮਦੇ ਆ, ਕਦੇ ਪੰਛੀ ਬਣ ਕੇ ਜੰਮਦੇ ਆ, ਕਦੇ ਸੈਲ ਪੱਥਰ ਬਣ ਕੇ। ਜਦੋਂ ਪੱਥਰ ਬਣ ਗਿਆ ਫਿਰ ਤਾਂ ਜੁਗਾਂ ਤਾਈਂ ਪੱਥਰ ਹੀ ਰਹਿੰਦਾ। ਕਦੋਂ ਪੱਥਰ ਪੈਦਾ ਹੁੰਦਾ, ਬਕਾਇਦਾ ਇਹ ਜਨਮ ਹੁੰਦਾ ਇਸ ਪੱਥਰ ਦਾ, ਇਹ ਵੱਧਦਾ। ਫਿਰ ਵੇਖੋ ਇਹਨੂੰ ਬਿਨਸਣ ਤੇ ਕਿੰਨਾ ਸਮਾਂ ਲੱਗਦਾ ਹੋਣਾ ਪੱਥਰ ਨੂੰ ਘਟਦਿਆਂ। ਬਣਦੇ ਹੀ ਪਹਿਲਾਂ ਨੂੰ ਕਈ ਯੁੱਗ ਲੱਗਦੇ ਆ, ਫਿਰ ਕਈ ਯੁੱਗ ਬਿਨਸਦਿਆਂ ਲੱਗਦੇ ਆ। ਇਹ ਜੂਨੀ ਆ ਪੱਥਰ। ਕਲਗੀਧਰ ਜੀ ਨੇ ਲਿਖਿਆ, ਪਾਹਨ ਅਨੇਕ ਜੁਗ ਏਕ ਠੌਰ ਬਾਸ ਕਰੈ, ਕਾਗ ਔਰ ਚੀਲ ਦੇਸ਼ ਦੇਸ਼ ਵਿਚਰਤ ਹੈ। ਪਾਹਨ ਅਨੇਕ ਜੁਗ ਏਕ ਠੌਰ ਬਾਸ ਕਰੈ। ਪੱਥਰ ਕਦੇ ਪੱਥਰ ਬਣਦਾ, ਕਦੇ ਪੰਛੀ ਬਣ ਕੇ ਜੰਮਦਾ, ਕਦੇ ਪਸ਼ੂ ਬਣ ਕੇ ਜੰਮਦਾ। ਪਸ਼ੂ ਪੰਖੀ ਸੈਲ ਫਿਰ ਤਰਵਰ, ਕਦੇ ਦਰਖਤ ਬਣ ਕੇ ਜੰਮ ਪਿਆ। ਇਹ ਦਰਖਤ ਵੀ 84 ਲੱਖ ਜੂਨੀਆਂ ਨੇ ਸਾਰੀਆਂ, ਇਹ ਦਰਖਤ ਵੀ ਜੂਨੀ। ਮਹਾਰਾਜ ਜੀ ਕਹਿੰਦੇ ਕਦੇ ਦਰਖਤ ਬਣ ਕੇ ਜੰਮਿਆ ਤੇ ਖਲੋਤਾ ਰਿਹਾ ਇੱਕੋ ਜਗ੍ਹਾ ਤੇ। ਤੋ ਇਸ ਪ੍ਰਕਾਰ ਨਾਲ ਗਿਣਤੀ ਕੋਈ ਨਹੀਂ, ਗਣਤ ਕਛੂ ਨਾ ਆਵੇ ਕਿ ਜਿਹੜਾ ਮਨਮੁਖ ਬੰਦਾ ਉਹ ਕਿੰਨੇ ਕੁ ਜਨਮਾਂ 'ਚ ਭਟਕਦਾ, ਕਿੰਨੀਆਂ ਕੁ ਜੂਨੀਆਂ 'ਚ ਭਟਕਦਾ, ਉਹਦੀ ਗਿਣਤੀ ਨਹੀਂ ਹੈ। ਬੀਜ ਬੋਵਸ ਭੋਗ ਭੁਗ ਹੈ, ਖਿਨ ਏਕ ਟਿਕਨ ਨਾ ਪਾਵਹਿ। ਜਿਹੜਾ ਬੀਜ ਬੀਜਿਆ ਉਸੇ ਦੇ ਭੋਗ ਭੋਗਣੇ ਪੈਂਦੇ ਆ। ਇਸ ਨੂੰ ਜੋ ਕੀਤਾ ਆਪਣਾ ਕੀਤਾ ਹੀ ਪਾਉਣਾ ਪੈਂਦਾ। ਕੀਤਾ ਆਪਣਾ ਪਾਵੇ, ਆਪਣਾ ਕੀਤਾ ਹੀ ਇਹਨੂੰ ਪ੍ਰਾਪਤ ਹੁੰਦਾ। ਮਤਾ ਕੋਈ ਸਮਝੇ ਪਤਾ ਨਹੀਂ ਕਿਹੜੇ ਕਰਮਾਂ ਦੇ, ਕਿਹਦੇ ਕਰਮਾਂ ਦਾ ਫਲ ਮੈਨੂੰ। ਕਿਸੇ ਦੇ ਨਹੀਂ ਭਾਈ ਸੱਜਣਾ, ਤੇਰੇ ਆਪਣੇ ਕਰਮ ਨੇ। ਆਪਣਾ ਕੀਤਾ ਪਾਉਂਦਾ ਮਨੁੱਖ, ਜੋ ਆਪ ਕੀਤਾ ਹੈ ਉਹੀ ਇਸ ਨੂੰ ਹਾਸਲ ਹੁੰਦਾ, ਪ੍ਰਾਪਤ ਹੁੰਦਾ। ਰਤਨ ਜਨਮ ਹਰੰਤ ਜੂਐ, ਪ੍ਰਭੂ ਆਪ ਨ ਭਾਵਹਿ। ਆਪਣੇ ਕੀਮਤੀ ਰਤਨ ਜੈਸੇ ਕੀਮਤੀ ਮਨੁੱਖ ਨੂੰ, ਜਨਮ ਨੂੰ, ਇਹ ਰਤਨ ਵੀ ਇਹਦੇ ਬਰਾਬਰ ਨਹੀਂ। ਕਹਿੰਦੇ ਇਹੋ ਜਿਹੇ ਰਤਨਾਂ ਦੇ ਸਮਾਨ ਕੀਮਤੀ ਮਨੁੱਖੀ ਜਨਮ ਨੂੰ ਇਹ ਕੌਡੀਆਂ ਦੇ ਭਾਅ ਜਾਈ ਗਵਾ ਦਿੰਦਾ ਹੈ, ਇਹਨੂੰ ਨਿਰਾਰਥ ਗਵਾ ਦਿੰਦਾ ਹੈ। ਔਰ ਜਦੋਂ ਨਿਰਾਰਥ ਗਵਾ ਦਿੰਦਾ ਹੈ
ਤਾਂ ਮਹਾਰਾਜ ਜੀ ਕਹਿੰਦੇ ਉਸ ਵਕਤ ਜੂਏ ਦੇ ਵਿੱਚ ਹਾਰ ਜਾਂਦਾ ਹੈ ਔਰ ਆਪਣੇ ਪ੍ਰਭੂ ਨੂੰ ਨਹੀਂ ਭਾਉਂਦਾ। ਬਿਨਵੰਤ ਨਾਨਕ ਭਰਮ ਹੈ ਭਰਮਾਏ, ਖਿਨ ਏਕ ਟਿਕਣ ਨਾ ਪਾਵਹਿ। ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਫਰਮਾਉਂਦੇ ਐ ਕਿ ਜਿਨ੍ਹਾਂ ਜੀਵਾਂ ਦੇ ਅੰਦਰ ਭਰਮ ਹੈ ਉਹ ਵਾਹਿਗੁਰੂ ਉਹਨਾਂ ਨੂੰ ਭਰਮਾਈ ਰੱਖਦਾ ਵੀ ਭਰਮਦੇ ਰਹੋ, ਕਿਉਂਕਿ ਆਉਂਦੇ ਨਹੀਂ ਸ਼ਰਨ ਆਉਣ ਤੇ ਸਾਹਿਬ ਭਰਮ ਤੋਂ ਬਚਾਉਣ। ਉਹ ਭਰਮਦੇ ਹੀ ਰਹਿੰਦੇ ਹਨ, ਇੱਕ ਖਿੰਨ ਮਾਤਰ ਵੀ ਉਹਨਾਂ ਨੂੰ ਟਿਕਣਾ ਪ੍ਰਾਪਤ ਨਹੀਂ ਹੁੰਦਾ। ਜੋ ਬਨ ਗਿਆ ਬਤੀਤ ਜਾਰ ਮਲ ਬੈਠਿਆ। ਆਹਾ ਕਹਿੰਦੇ ਜਵਾਨੀ ਬੀਤ ਗਈ ਤੇ ਬੁਢੇਪਾ ਆ ਕੇ ਮਲ ਕੇ ਬਹਿ ਗਿਆ। ਜਵਾਨੀ ਕਿਹੜੇ ਵੇਲੇ ਬੀਤ ਜਾਂਦੀ ਪਤਾ ਹੀ ਨਹੀਂ ਲੱਗਦਾ, ਪਰ ਬੁਢੇਪੇ ਦਾ ਤਾਂ ਇੱਕ ਇੱਕ ਦਿਨ ਬੜਾ ਔਖਾ ਬੀਤਦਾ। ਉਹ ਤਾਂ ਕਹਿੰਦੇ ਬਹਿ ਹੀ ਗਿਆ ਆ ਕੇ। ਬੁਢੇਪੇ ਵਿੱਚ ਕਈਆਂ ਨੂੰ ਕਹਿੰਦੇ ਸੁਣੀਦਾ ਬਸ ਜੀ ਹੁਣ ਤਾਂ ਚੁੱਕ ਲੈ ਰੱਬ, ਹੁਣ ਤਾਂ ਬੰਦ ਖਲਾਸੀ ਹੋ ਜਾਏ। ਜਵਾਨੀ 'ਚ ਤਾਂ ਨਹੀਂ ਆਖਦਾ ਕੋਈ। ਜਵਾਨੀ ਬੀਤ ਗਈ ਤੇ ਬੁਢੇਪਾ ਜਿਹੜਾ ਸੀ ਉਹ ਤਾਂ ਫਿਰ ਬਹਿ ਹੀ ਗਿਆ ਨਾ ਆ ਕੇ। ਕੀ ਕੀਤਾ ਬੁਢੇਪੇ ਨੇ ਸੁਣੋ। ਕਾਰ ਕੰਪ ਹੈ ਸਿਰ ਡੋਲ, ਨੈਣ ਨਾ ਡੀਠਿਆ। ਹੱਥ ਕੰਬਣ ਲੱਗੇ, ਸਿਰ ਹਿੱਲਣ ਲੱਗਾ। ਕਰ ਕੰਪ ਹੈ, ਕਰ ਦਾ ਮਤਲਬ ਹੁੰਦਾ ਹੱਥ, ਹੱਥ ਕੰਬਦੇ ਨੇ ਤੇ ਸਿਰ ਹਿੱਲਦਾ। ਨੌਵੇਂ ਪਾਤਸ਼ਾਹ ਦੱਸਦੇ ਆ ਸਿਰ ਕੰਪਿਓ ਪੱਗ ਡਗ ਮਗੇ, ਨੈਣ ਜੋਤ ਤੇ ਹੀਨ। ਕਹੋ ਨਾਨਕ ਇਹ ਬਿਦ ਭਈ, ਤਉ ਨ ਹਰ ਰਸ ਲੀਨ। ਜਿਹਨਾਂ ਜਵਾਨੀ ਸੰਭਾਲੀ ਹੁੰਦੀ ਹੈ ਨਾ ਭਜਨ ਵਿੱਚ, ਉਹਨਾਂ ਦਾ ਬੁਢੇਪਾ ਵੀ ਪਰਮੇਸ਼ਰ ਦੇ ਭਜਨ 'ਚ ਹੀ ਬੀਤਦਾ। ਸੰਸਕਾਰ ਬਣਾਉਣੇ ਪੈਂਦੇ ਆ, ਜਿੱਦਾਂ ਦੇ ਸੰਸਕਾਰ ਬਣਾਓਗੇ ਉਹੀ ਉਗਦੇ ਅੱਗੇ ਜਾ ਕੇ। ਤੋ ਸਾਹਿਬ ਕਹਿੰਦੇ ਹੁਣ ਜਦੋਂ ਬੁਢੇਪਾ ਆਇਆ ਤੇ ਫਿਰ ਕਰ ਕੰਪ ਹੈ ਸਿਰ ਡੋਲ, ਸਿਰ 'ਚ ਡੋਲ ਪੈਂਦੀ ਹੈ, ਸਿਰ ਹਿੱਲਦਾ। ਨੈਣ ਨਾ ਡੀਠਿਆ, ਅੱਖਾਂ 'ਚੋਂ ਦਿਸਣਾ ਘਟ ਗਿਆ, ਰੋਸ਼ਨੀ ਘਟ ਗਈ। ਹੁਣ ਬਾਣੀ ਪੜ੍ਹੀ ਨਹੀਂ ਜਾਂਦੀ, ਦਿਸਦਾ ਨਹੀਂ ਹੈ। ਇਹ ਹਾਲਤ ਬਣ ਗਈ। ਨਹ ਨੈਣ ਦਿਸੈ, ਭਜਨ ਬਿਨ ਭਜਨ ਈਸੈ। ਛੋੜ ਮਾਇਆ ਚਾਲਿਆ। ਅੱਖਾਂ ਨਾਲ ਦਿਸਦਾ ਨਹੀਂ ਹੈ ਤੇ ਪਰਮੇਸ਼ਰ ਦੇ ਭਜਨ ਤੋਂ ਬਿਨਾਂ ਜੋ ਕੁਝ ਜੋੜਿਆ ਸੀ ਸੰਸਾਰ ਵਿੱਚ ਹੁਣ ਉਹਨੂੰ ਸਾਰੇ ਨੂੰ ਛੱਡ ਕੇ ਚੱਲਿਆ। ਭਜਨ ਨਹੀਂ ਕੀਤਾ, ਉਹਦੇ ਭਜਨ ਤੋਂ ਬਿਨਾਂ ਹੋਰ ਬੜਾ ਕੁਝ ਜੋੜਿਆ। ਜੋ ਜੋ ਵੀ ਜੋੜਿਆ ਸੀ ਕਹਿੰਦੇ ਉਸ ਸਾਰੇ ਜੋੜੇ ਹੋਏ ਨੂੰ ਛੱਡ ਕੇ ਚੱਲਿਆ। ਹੈ ਆਨ ਮਨ ਹੈ ਸਿਰ ਖਾਕ ਛਨ ਹੈ, ਜਿਨ ਸੰਗ ਮਨ ਤਨ ਜਾਲਿਆ। ਜਿਨ੍ਹਾਂ ਪਰਿਵਾਰ ਦੇ ਜੀਆਂ ਕਰਕੇ ਸਾਰੀ ਜ਼ਿੰਦਗੀ ਆਪਣਾ ਸਰੀਰ ਤਨ ਮਨ ਸਾੜਦਾ ਰਿਹਾ, ਦਿਨ ਰਾਤ ਦੌੜਿਆ ਰਿਹਾ, ਜਿਨ੍ਹਾਂ ਵਾਸਤੇ ਜਿਨ ਸੰਗ ਮਨ ਤਨ ਜਾਲਿਆ, ਜਿਨ੍ਹਾਂ ਦੇ ਨਾਲ ਜਿਨ੍ਹਾਂ ਦੇ ਵਾਸਤੇ ਆਪਣਾ ਤਨ ਮਨ ਸਾੜਦਾ ਰਿਹਾ, ਖੂਨ ਪਸੀਨਾ ਵਹਾਉਂਦਾ ਰਿਹਾ, ਜਿਨ੍ਹਾਂ ਵਾਸਤੇ ਜਦੋਂ ਬੁੱਢਾ ਹੋ ਗਿਆ ਤੇ ਜੇ ਕੁਝ ਕਹਿੰਦਾ ਵੀ ਉਹ ਏਦਾਂ ਨਾ ਕਰੋ, ਚੁੱਪ ਕਰਕੇ ਬੈਠਾ ਰਹਿ, ਦੋ ਰੋਟੀਆਂ ਮਿਲਦੀਆਂ ਖਾਈ ਚੱਲ। ਕਹਿੰਦੇ ਹੁਣ ਕਿਹਾ ਨਾ ਮੰਨ, ਹੁਣ ਕਹਿਣਾ ਨਹੀਂ ਮੰਨਦੇ। ਉਹੀ ਜਿਨ੍ਹਾਂ ਪਿੱਛੇ ਤਨ ਮਨ ਸਾੜ ਦਿੱਤਾ, ਸਾਰਾ ਜ਼ਿੰਦਗੀ ਆਪਣੀ ਸਾਰੀ ਜਿਨ੍ਹਾਂ ਪਿੱਛੇ ਬਤੀਤ ਕਰ ਦਿੱਤੀ, ਹੁਣ ਉਹ ਕਿਹਾ ਨਹੀਂ ਮੰਨਦੇ। ਬਹੁਤ ਵਿਰਲੇ ਘਰ ਹੋਣ ਜਿਸ ਘਰ ਵਿੱਚ ਬਜ਼ੁਰਗ ਦਾ ਅਦਬ ਹੁੰਦਾ, ਪਰ ਉਸ ਬਜ਼ੁਰਗ ਦਾ ਹੁੰਦਾ ਜਿਸ ਬਜ਼ੁਰਗ ਨੇ ਆਪਣੀ ਜ਼ਿੰਦਗੀ ਨੂੰ ਸਵਾਰਿਆ ਹੋਵੇ, ਜਿਹਨੇ ਆਪ ਹੁਦਰੀਆਂ ਕੀਤੀਆਂ ਹੋਣ
ਫਿਰ ਉਹਨਾਂ ਬਜ਼ੁਰਗਾਂ ਨੂੰ ਬੱਚੇ ਵੇਖ ਲੈਂਦੇ ਆ ਵੀ ਆਪਣੇ ਵੇਲੇ ਆਹ ਕੁਝ ਕਰਦਾ ਰਿਹਾ, ਤੇ ਹੁਣ ਸਾਡੇ ਕੋਲੋਂ ਕੀ ਆਸ ਰੱਖਦਾ। ਫਿਰ ਸਿਰ 'ਚ ਖਾਕ ਪੈਂਦੀ ਹੈ। ਖਾਕ ਕੀ ਮਤਲਬ, ਜਦੋਂ ਜੀ ਨੇ ਪਰਿਵਾਰ ਦੇ ਨੇ ਗੱਲ ਨਹੀਂ ਮੰਨਣੀ, ਸਗੋਂ ਅੱਗੋਂ ਤਾੜ ਦੇਣਾ, ਚ ਸੁਆਹੀ ਪਈ, ਬੇਇੱਜ਼ਤੀ ਹੋਈ, ਨਰਾਦਰ ਹੋਇਆ, ਨਰਾਦਰ ਚੱਲਣਾ ਪੈਂਦਾ। ਦੰਦ ਨਾ ਹੋਣ ਕਰਕੇ ਜੇ ਕਿਤੇ ਕਹਿ ਦਿੱਤਾ, ਨੂੰ ਰਾਣੀਏ ਪ੍ਰਸ਼ਾਦਾ ਥੋੜਾ ਜਿਹਾ ਸਖਤ ਹੈ, ਗਰਮ ਗਰਮ ਜਿਹਾ ਦੇ, ਚੱਬ ਨਹੀਂ ਹੁੰਦਾ, ਤੇ ਅੱਗੋਂ ਜਵਾਬ ਇਹੀ ਮਿਲਦਾ, ਇਹੀ ਖਾ ਲੈ, ਨਹੀਂ ਤਾਂ ਤੇਰੇ ਲਈ ਹੁਣ ਪੂੜੀਆਂ ਬਣਾਵਾਂ। ਇਹੀ ਸਮਾਜ ਦੀ ਸੱਚਾਈ ਹੈ ਜੀ। ਹੁਣ ਇਹ ਬੁੱਢਾ ਹੋ ਗਿਆ, ਬੱਚਿਆਂ ਵਾਲੀ ਅਕਲ ਹੋ ਗਈ ਇਹਦੀ। ਬਜ਼ੁਰਗ ਦਾ ਸਤਿਕਾਰ ਉਸ ਦਾ ਹੁੰਦਾ ਜਿਸ ਬਜ਼ੁਰਗ ਨੇ ਪਹਿਲਾਂ ਬਜ਼ੁਰਗੀ ਵਾਲੇ ਕੰਮ ਕੀਤੇ ਹੋਣ। ਮਾਫ ਕਰਨਾ, ਖਿਮਾ ਸਹਿਤ ਮੈਂ ਬੇਨਤੀ ਕਰਦਾ। ਵੈਸੇ ਤਾਂ ਹੋਣਾ ਹੀ ਚਾਹੀਦਾ ਹਰ ਘਰ 'ਚ, ਪਰ ਬਜ਼ੁਰਗ ਨੂੰ ਵੀ ਆਪਣੇ ਬੱਚਿਆਂ ਦੇ ਅਨੁਸਾਰੀ ਹੋ ਕੇ, ਜੇ ਹੁਣ ਉਹ ਆਪ ਕਰ, ਪਹਿਲਾਂ ਆਪ ਤੂੰ ਆਪਣੇ ਸਮੇਂ 'ਚ ਆਪ ਆਪਣੀ ਮਰਜ਼ੀ ਕੀਤੀ ਹੈ, ਹੁਣ ਉਹ ਆਪਣੇ ਢੰਗ ਨਾਲ ਜੇ ਚੱਲ ਰਹੇ ਨੇ, ਹੋ ਸਕਦਾ ਉਹ ਬਾਹਰ ਦੀਆਂ ਪਰਿਸਥਿਤੀਆਂ ਅੱਜ ਉਹ ਨਾ ਰਹੀਆਂ ਹੋਣ ਜੋ ਤੇਰੇ ਵੇਲੇ ਹੋਣ, ਉਹਨਾਂ ਨੂੰ ਉਸ ਪਰਿਸਥਿਤੀਆਂ ਦੇ ਮੁਤਾਬਕ ਵਿਚਰਨਾ ਪਵੇ। ਤਾਂ ਤਾਲਮੇਲ ਦੋਨਾਂ ਪਾਸੇ ਹੋਣਾ ਚਾਹੀਦਾ ਹੈ। ਨੌਜਵਾਨ ਵਿੱਚ ਕਾਹਲਾਪਨ ਹੋ ਸਕਦਾ, ਬਜ਼ੁਰਗ ਵਿੱਚ ਕਾਹਲਾਪਨ ਨਾ ਹੋਵੇ। ਉਹਦੇ 'ਚ ਤਾਂ ਸਹਿਨਸ਼ੀਲਤਾ, ਉਹਨੇ ਤਾਂ ਬੜੀਆਂ ਗਰਮੀਆਂ ਸਰਦੀਆਂ ਢਾਈਆਂ ਸਰੀਰ ਤੇ, ਸਹਿਨਸ਼ੀਲਤਾ। ਤੇ ਨੌਜਵਾਨ ਨੂੰ ਵੀ ਚਾਹੀਦਾ ਕਿ ਉਹ ਬਜ਼ੁਰਗ ਦੇ ਅਦਬ ਵਾਸਤੇ, ਸਤਿਕਾਰ ਵਾਸਤੇ ਉਹਦੇ ਆਗਿਆ ਦੇ ਵਿੱਚ ਚੱਲੇ। ਜੋ ਕਹੇ ਸਤ ਬਚਨ ਕਰ ਛੱਡੇ, ਇਹਨੇ ਨਾਲ ਹੀ। ਪਰ ਜਿਨ੍ਹਾਂ ਨੇ ਆਪਣੀ ਜਵਾਨੀ ਨਸ਼ੇ ਖੋਰੀਆਂ 'ਚ ਬਤੀਤ ਕੀਤੀ ਹੋਵੇ, ਜਿਨ੍ਹਾਂ ਨੇ ਆਪਣੀ ਜਵਾਨੀ ਭੈੜੇ ਕੰਮ ਕਰਦਿਆਂ ਬਤੀਤ ਕੀਤੀ ਹੋਵੇ, ਉਹ ਬਜ਼ੁਰਗ ਬਜ਼ੁਰਗੀ ਵਿੱਚ ਆ ਕੇ ਆਪਣੇ ਬੱਚਿਆਂ ਕੋਲੋਂ ਆਪਣੇ ਸਤਿਕਾਰ ਦੀ ਆਸ ਰੱਖੇ ਤੇ ਉਹਦਾ ਭਰਮ ਹੈ, ਨਹੀਂ ਹੋਣਾ। ਜਵਾਨੀ ਵਿੱਚ ਤਾਂ ਆਪ ਉਹ ਬੱਚਾ ਕੋਲ ਖੇਡਦਾ ਸੀ, ਤੂੰ ਬੋਤਲ ਰੱਖ ਕੇ ਪੀਂਦਾ ਸੀ ਉਹਦੇ ਸਾਹਮਣੇ। ਉਹ ਬੱਚਾ ਖੇਡਦਾ ਸੀ, ਤੂੰ ਉਹਦੇ ਸਾਹਮਣੇ ਮਾੜੇ ਭੈੜੇ ਕੰਮ ਕਰਦਾ ਸੀ। ਤੇ ਹੁਣ ਤੂੰ ਤਾਂ ਬੁੱਢਾ ਹੋਣਾ, ਉਹਨੇ ਤਾਂ ਜਵਾਨ ਹੋਣਾ ਸੀ। ਤੂੰ ਬੁਢੇਪੇ 'ਚ ਆ ਕੇ ਡਾਕਟਰ ਨੇ ਕਹਿ ਦਿੱਤਾ ਵੀ ਹੁਣ ਆ ਛੱਡ ਦੇ ਮਾੜੀਆਂ ਆਦਤਾਂ, ਜੇ ਕੱਢਣੇ ਆ 4 ਦਿਨ। ਉੱਦਾਂ ਦੇ ਭਾਵੇਂ ਨਾ ਹੀ ਛੱਡਦਾ, ਛੱਡ ਦਿੱਤਾ, ਪਰ ਉਹਨੇ ਤਾਂ ਵੇਖ ਵੇਖ ਕੇ ਤੇਰੇ ਕੋਲ ਹੀ ਸਿੱਖਿਆ ਨਾ ਸਾਰਾ ਕੁਝ। ਜੇ ਉਹਨੂੰ ਸਿਖਾਇਆ ਹੁੰਦਾ ਤੇ ਉਹ ਤੈਨੂੰ ਵੀ ਸਿਖਾਉਂਦਾ। ਜੇ ਬਜ਼ੁਰਗਾ ਤੂੰ ਚੌਂਕ 'ਚ ਬਹਿ ਕੇ ਤਾਸ਼ਾਂ ਖੇਡਦਾ ਨਾ, ਪਿੰਡ ਦੀਆਂ ਵੀਹਾਂ 'ਚ ਸੱਥਾਂ 'ਚ ਬਹਿ ਕੇ ਤਾਸ਼ਾਂ ਖੇਡਦਾ, ਤੇ ਮੁੜ ਕੇ ਆਸ ਰੱਖੇ ਆਪਣੇ ਸਤਿਕਾਰ ਦੀ, ਸਤਿਕਾਰ ਨਹੀਂ ਜਿਉਣਾ। ਤਾਸ਼ਾਂ ਖੇਡਦਿਆਂ ਜੋ ਲੱਚਰਤਾਈ ਬਜ਼ੁਰਗ, ਬਹੁਤ ਸਾਰੇ ਬਜ਼ੁਰਗ ਸਤਿਕਾਰਯੋਗ ਜਿਹੜੇ ਭਜਨ ਕਰਦੇ, ਬਾਣੀ ਪੜ੍ਹਦੇ ਆ। ਮੇਰਾ ਜਨਮ ਪਿੰਡਾਂ ਦਾ ਹੈ। ਅਕਸਰ ਕਈ ਵਾਰੀ ਬਜ਼ੁਰਗਾਂ ਦੇ ਵਿੱਚ ਛੋਟੇ ਹੁੰਦਿਆਂ ਬਹਿਣਾ ਮਿਲ ਜਾਣਾ, ਯਤਨ ਹੁੰਦਾ ਸੀ ਵੀ ਬਜ਼ੁਰਗਾਂ 'ਚ ਬੈਠੀਏ, ਪਰ ਉੱਥੇ ਕਈ ਬਜ਼ੁਰਗਾਂ ਦੀ ਇਹੋ ਜਿਹੀ ਵੀ ਹਾਲਤ ਵੇਖੀ ਵੀ ਉਹ ਲੱਚਰਤਾਈ ਦੇ ਬੋਲ, ਤਾਸ਼ ਖੇਡ ਬੋਲਦੇ ਨੇ, ਗੱਲਾਂ ਉਹ ਕਰਦੇ ਆ ਵੀ ਸੁਣਨ ਵਾਲੇ ਦੇ ਕੱਪੜੇ ਸੜ ਜਾਣ, ਹਿਰਦਾ ਸੜ ਜਾਏ। ਤੇ ਫਿਰ ਉਹ ਬਜ਼ੁਰਗ ਆਖੇ ਵੀ ਮੇਰਾ ਮੇਰੇ ਪਰਿਵਾਰ ਵਿੱਚ ਸਤਿਕਾਰ ਹੋਵੇ। ਸੱਜਣਾ ਕਾਹਦਾ ਸਤਿਕਾਰ ਭਾਲਦਾ? ਜੇ ਤੂੰ ਕੰਮ ਹੀ ਬਜ਼ੁਰਗਾਂ ਵਾਲਾ ਨਹੀਂ ਕੀਤਾ, ਜੇ ਤੂੰ ਕੀਤਾ ਹੁੰਦਾ ਕੋਈ ਬਜ਼ੁਰਗਾਂ ਵਾਲਾ ਕੰਮ, ਬਾਬਾ ਬੁੱਢਾ ਸਾਹਿਬ ਵਾਂਗੂ, ਬਾਬੇ ਦੀਪ ਸਿੰਘ ਵਾਂਗੂ, ਤੇ ਦੁਨੀਆ ਪੂਜਦੀ ਤੈਨੂੰ, ਕੱਲਾ ਟੱਬਰ ਥੋੜੀ ਪੂਜਦਾ। ਫਿਰ ਤਾਂ ਦੁਨੀਆ ਪੂਜਦੀ, ਪਰ ਤੂੰ ਉਹ ਬਜ਼ੁਰਗਾਂ ਵਾਲੇ ਕੰਮ ਤਾਂ ਕੀਤੇ ਹੀ ਨਹੀਂ। ਤੂੰ ਤਾਂ ਤਾਸ਼ਾਂ ਕੁੱਟੀਆਂ ਨੇ ਸੱਥਾਂ 'ਚ ਬਹਿ ਕੇ। ਉਹ ਤੇਰੇ ਹੱਥ 'ਚੋਂ ਜਨਮ ਸਾਖੀ ਛੁੱਟ ਗਈ ਗੁਰੂ ਨਾਨਕ ਸਾਹਿਬ ਦੀ। ਇਹਦਾ ਬਜ਼ੁਰਗਾਂ ਦੇ ਹੱਥਾਂ 'ਚ ਜਨਮ ਸਾਖੀਆਂ ਹੁੰਦੀਆਂ ਸਨ, ਉਹ ਬਹਿ ਕੇ ਪੜ੍ਹਦੇ ਸਨ, ਸੁਣਾਉਂਦੇ ਸਨ।
ਕੋਲ ਬੈਠੇ ਪਿੰਡ ਦੇ ਬੱਚੇ ਵੀ ਖੇਡਦੇ ਖੇਡਦੇ ਸੁਣ ਜਾਂਦੇ, ਦੋ ਸ਼ਬਦ ਉਹਨਾਂ ਦੇ ਕੰਨਾਂ 'ਚ ਵੀ ਪੈਂਦੇ ਸੀ। ਬੜਾ ਸਤਿਕਾਰ ਸੀ ਬਜ਼ੁਰਗਾਂ ਦਾ। ਕਿਉਂ ਘਟਿਆ? ਕਮੀ ਦੋਨਾਂ ਪਾਸੇ ਹੀ ਹੈ, ਬੱਚਿਆਂ ਵਿੱਚ ਵੀ ਹੈ ਤੇ ਬਜ਼ੁਰਗਾਂ ਵਿੱਚ। ਕੰਮ ਦੋਵੇਂ ਪਾਸੇ। ਇਹ ਐਸਾ ਨਹੀਂ ਵੀ ਤਾੜੀ ਇੱਕ ਹੱਥ ਨਾਲ ਵੱਜਦੀ ਹੈ। ਖੈਰ, ਮਹਾਰਾਜ ਜੀ ਸੱਚਾਈ ਦੱਸਦੇ ਆ, ਕਹਿਆ ਨਾ ਮੰਨ ਸਿਰ ਖਾਕ ਛੰਨ ਹੈ, ਜਿਨ ਸੰਗ ਮਨ ਤਨ ਜਾਲਿਆ। ਜਿਨ੍ਹਾਂ ਨਾਲ ਆਪਣਾ ਤਨ ਮਨ ਸਾੜ ਕੇ ਰੱਖ ਦਿੱਤਾ, ਸਾਰਾ ਜ਼ਿੰਦਗੀ ਬਤੀਤ ਕਰਕੇ ਰੱਖ ਦਿੱਤੀ, ਹੁਣ ਬੁਢੇਪੇ ਚੋਂ ਕਹਿਣਾ ਨਹੀਂ ਮੰਨਦੇ, ਸਗੋਂ ਸਿਰ ਸੁਆਹ ਪਾਉਂਦੇ ਹਨ। ਸ਼੍ਰੀ ਰਾਮ ਰੰਗ ਅਪਾਰ ਪੂਰਨ, ਨਹਿ ਨਿਮਖ ਮਨ ਮਹਿ ਬੂਠਿਆ। ਸ਼੍ਰੀ ਰਾਮ ਰੰਗ ਦੇ ਵਿੱਚ ਨਹੀਂ ਰੰਗਿਆ, ਨਹੀਂ ਜਾਣਿਆ ਉਸ ਪੂਰਨ ਵਾਹਿਗੁਰੂ ਪਰਮੇਸ਼ਰ ਨੂੰ। ਤੇ ਜਦੋਂ ਉਹਨੂੰ ਜਾਣਿਆ ਹੀ ਨਹੀਂ, ਉਹਨੂੰ ਨਿਮਖ ਮਾਤਰ ਵੀ ਆਪਣੇ ਹਿਰਦੇ 'ਚ ਨਹੀਂ ਵਸਾਇਆ। ਬਿਨਵੰਤ ਨਾਨਕ ਕੋਟ ਕਾਗਰ, ਬਿਨ ਸਬਾਰ ਨਾ ਝੂਠਿਆ। ਇਹ ਸੱਜਣਾ, ਕਾਗਜ਼ਾਂ ਦਾ ਬਣਿਆ ਕਿਲਾ ਕਿੰਨਾ ਕੁ ਚਿਰ ਰਹਿੰਦਾ? ਕੋਟ ਕਾਗਰ, ਕਾਗਜ਼ ਦਾ ਕਿਲਾ ਬਣਾਓ, ਬਿਨ ਸਿਰਿਆਂ ਦੇਰੀ ਲੱਗਦੀ, ਮਾੜਾ ਜਿਹਾ ਪਾਣੀ ਪਿਆ ਗਲ ਕੇ ਹੋ ਗਿਆ। ਕਹਿੰਦੇ ਸੱਜਣਾ, ਬਸ ਇਹੀ ਹੈ ਤੇਰੀ ਜ਼ਿੰਦਗੀ, ਆਹੀ ਕਾਗਜ਼ ਦੇ ਕਿਲੇ ਵਾਂਗੂ ਹੈ ਤੇਰਾ ਜੀਵਨ। ਚਰਨ ਕਮਲ ਸਰਣਾਏ, ਨਾਨਕ ਆਇਆ। ਬੇਨਤੀ ਕਰ ਸਾਹਿਬ ਦੇ ਚਰਨਾਂ 'ਚ। ਇਹ ਬੇਨਤੀ ਬਜ਼ੁਰਗ ਵੀ ਕਰੇ, ਜਵਾਨ ਵੀ ਕਰੇ ਤੇ ਬੱਚਾ ਵੀ ਕਰੇ। ਕੀ ਕਹੇ? ਮਹਾਰਾਜ, ਮੈਂ ਤੁਹਾਡੇ ਚਰਨ ਕਮਲਾਂ ਦੀ ਸ਼ਰਨ ਆਇਆ ਹਾਂ। ਦੁੱਤਰ ਭੈ ਸੰਸਾਰ, ਪ੍ਰਭ ਆਪ ਤਰਾਇਆ। ਮਹਾਰਾਜ, ਇਹ ਸੰਸਾਰ ਬੜਾ ਦੁਸ਼ਟਰ ਹੈ, ਇਹ ਭੈ ਸਾਗਰ ਹੈ, ਕਿਰਪਾ ਕਰੋ ਪ੍ਰਭੂ, ਤੁਸੀਂ ਆਪ ਤਾਰੋ ਸਾਨੂੰ, ਤੁਸੀਂ ਤਰਾਉਣ ਵਾਲੇ ਹੋ। ਮਿਲ ਸਾਧ ਸੰਗੇ ਭਜੇ ਸਿਰੇ ਧਰ, ਕਰ ਅੰਗ ਪ੍ਰਭ ਜੇ ਤਾਰਿਆ। ਸਾਧ ਸੰਗਤ ਵਿੱਚ ਮਿਲ ਕੇ ਜਦੋਂ ਹਰੀ ਪਰਮੇਸ਼ਰ ਦਾ ਭਜਨ ਕੀਤਾ, ਤਾਂ ਮੇਰੇ ਮਾਲਕ ਨੇ ਮੇਰਾ ਪੱਖ ਕਰਕੇ ਮੈਨੂੰ ਤਾਰਿਆ। ਹਰ ਮਾਨ ਲੀਏ ਨਾਮ ਦੀਏ, ਆਵਰ ਕੁਛ ਨ ਵਿਚਾਰਿਆ। ਹਰੀ ਦਾ ਨਾਮ ਹਿਰਦੇ 'ਚ ਮੰਨ ਲਿਆ, ਉਹਨੇ ਨਾਮ ਦਿੱਤਾ ਸਾਨੂੰ, ਉਹਦੇ ਤੋਂ ਬਿਨਾਂ ਮੈਂ ਕਿਸੇ ਹੋਰ ਨੂੰ ਨਹੀਂ ਵਿਚਾਰਿਆ। ਗੁਣ ਨਿਧਾਨ ਅਪਾਰ ਠਾਕੁਰ, ਮਨ ਲੋੜੀਂਦਾ ਪਾਇਆ। ਗੁਣਾਂ ਦੇ ਖਜ਼ਾਨੇ ਵਾਹਿਗੁਰੂ ਨੂੰ ਅਸੀਂ ਪ੍ਰਾਪਤ ਕੀਤਾ, ਉਹਨੂੰ ਗਾਇਆ, ਜੋ ਅਸੀਂ ਮਨ 'ਚ ਚਾਹੁੰਦੇ ਸੀ ਸਾਨੂੰ ਮਿਲ ਗਿਆ। ਬਿਨਵੰਤ ਨਾਨਕ ਸਦਾ ਤ੍ਰਿਪਤ, ਹਰ ਨਾਮ ਭੋਜਨ ਖਾਇਆ। ਧੰਨ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ, ਅਸੀਂ ਸਦਾ ਹੀ ਤ੍ਰਿਪਤ ਹੋ ਗਏ ਹਾਂ, ਨਾਮ ਭੋਜਨ ਛਕ ਕੇ ਸदैव ਹੀ ਤ੍ਰਿਪਤ ਹੋ ਗਏ ਹਾਂ। ਇਸ ਤੋਂ ਅੱਗੇ ਜੈਤਸਰੀ ਦੀ ਵਾਰ ਪ੍ਰਾਰੰਭ ਹੁੰਦੀ ਹੈ, ਮੱਧ ਭਾਗ ਦੀ ਬਾਣੀ। ਉਹ ਕੱਲ ਨੂੰ ਆਪਾਂ ਵਿਚਾਰਾਂਗੇ। ਕੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਥਾ ਦਾ ਜੋ ਮੱਧ ਹੈ, ਉਹਦਾ ਸਮਾਗਮ ਹੈ। ਸ਼ੁਕਰਾਨਾ ਕਰਾਂਗੇ ਮਹਾਰਾਜ ਜੀ ਦਾ। ਸਾਰੀਆਂ ਸੰਗਤਾਂ ਨੇ ਕੱਲ ਸੁਬਾਹ ਅੰਮ੍ਰਿਤ ਵੇਲੇ 7 ਤੋਂ 8 ਵਜੇ ਤੱਕ, ਬਸ 1 ਘੰਟੇ ਦਾ ਹੀ ਸਮਾਗਮ ਹੈ, ਹਾਜ਼ਰੀਆਂ ਭਰਨੀਆਂ, ਮਹਾਰਾਜ ਜੀ ਦੀਆਂ ਖੁਸ਼ੀਆਂ ਲੈਣੀਆਂ ਹਨ। ਗੁਰੂ ਕੇ ਲੰਗਰ ਟੁੱਟ ਵਰਤਣਗੇ। ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।